ਤੁਸੀਂ ਸੁਣ ਰਹੇ ਹੋ ਨਾਨਕ ਸਿੰਘ ਦਾ ਨੋਵਲ ਪਿਆਰ ਦੀ ਦੁਨੀਆ ਅੰਕ 39ਵਾਂ। ਅੰਮ੍ਰਿਤਸਰ ਦੀ ਪੁਲਿਸ ਨੇ ਤਿੰਨਾਂ ਮੁਲਜ਼ਮਾਂ ਸੰਤ ਓਮਕਾਰ ਨਾਥ, ਮੁਲਖ ਰਾਜ ਤੇ ਚੇਤ ਸਿੰਘ ਦੀ ਗ੍ਰਿਫਤਾਰੀ ਦਾ ਮਹਿਕਮਾਨਾ ਹੁਕਮ ਭਿਜਵਾਉਣ ਤੋਂ ਬਾਅਦ ਪ੍ਰੀਤਮ ਸਿੰਘ ਨੂੰ 3 ਦਿਨ ਹੋਰ ਉਡੀਕਣਾ ਪਿਆ ਤੇ ਇਹਨਾਂ 3 ਦਿਨਾਂ ਵਿੱਚ ਉਹ ਵਿਹਲਾ ਨਹੀਂ ਬੈਠਾ। ਲੱਗਦੀ ਵਾ ਉਸਨੇ ਮੁਕੱਦਮੇ ਲਈ ਬਹੁਤ ਸਾਰਾ ਮਸਾਲਾ ਇਕੱਠਾ ਕਰ ਲਿਆ। ਪਹਿਲਾਂ ਉਹ ਚਿੱਠੀ ਉਸਨੇ ਡਾਕਖਾਨਿਓਂ ਜਾ ਕੇ ਪ੍ਰਾਪਤ ਕੀਤੀ ਜਿਹੜੀ ਮੁਲਖ ਰਾਜ ਵੱਲੋਂ ਪ੍ਰਭ ਦਿਆਲ ਦੇ ਨਾਮ ਭੇਜੀ ਗਈ ਸੀ। ਇਸ ਚਿੱਠੀ ਨੇ ਉਹਦੇ ਬਹੁਤ ਸਾਰੀ ਮੁਸ਼ਕਿਲ ਹੱਲ ਕਰ ਦਿੱਤੀ ਕਿਉਂਕਿ ਇਸ ਵਿੱਚ ਰੂਪ ਲਾਲ ਦਾ ਜ਼ਿਕਰ ਵੀ ਸੀ। ਇਸ ਦਾ ਮਜ਼ਮੂਨ ਇਸ ਤਰ੍ਹਾਂ ਸੀ। ਪਰਮ ਪੂਜ ਲਾਲਾ ਜੀ, ਤੁਸੀਂ ਇਹ ਜਾਣ ਕੇ ਖੁਸ਼ ਹੋਵੋਗੇ ਕਿ ਇਹ ਸਾਰਾ ਮਾਮਲਾ ਬੜੀ ਸੋਹਣੀ ਤਰ੍ਹਾਂ ਨਜਿੱਠਿਆ ਗਿਆ ਹੈ। ਇੰਸਪੈਕਟਰ ਪ੍ਰੀਤਮ ਸਿੰਘ ਦੇ ਬਾਪ ਨੂੰ ਮੈਂ ਮਿਲਿਆ ਸਾਂ। ਉਹ ਬੜਾ ਲਾਲਚੀ ਆਦਮੀ ਨਿਕਲਿਆ। 5000 ਤੋਂ ਘੱਟ ਕਿਸੇ ਤਰ੍ਹਾਂ ਨਹੀਂ ਸੀ ਮੰਨਦਾ, ਪਰ ਮੈਂ ਉਸਨੂੰ 4000 ਤੇ ਮਨਾ ਲਿਆ। ਜਿਹੜਾ 2000 ਰੁਪਈਆ ਤੁਹਾਡੇ ਪਾਸੋਂ ਲਿਆਇਆ ਸਾਂ ਉਹ ਮੈਂ ਉਸਨੂੰ ਦੇ ਦਿੱਤਾ ਹੈ ਤੇ ਬਾਕੀ ਅੱਜ ਤੋਂ ਚੌਥੇ ਦਿਨ ਦੇਣ ਦਾ ਇਕਰਾਰ ਹੈ। ਸੋ ਤੁਸੀਂ ਚਿੱਠੀ ਵੇਖਦੇ ਹੀ 2000 ਰੁਪਈਆ ਮੈਨੂੰ ਅੰਮ੍ਰਿਤਸਰ ਹੋਟਲ ਦੇ ਪਤੇਪੁਰ ਤਾਰ ਮਨੀ ਆਰਡਰ ਰਾਹੀਂ ਭੇਜ ਦਿਓ। ਉਮੀਦ ਹੈ ਕਿ ਇਹ ਰੁਪਈਆ ਤਾਰਨ ਤੋਂ ਬਾਅਦ ਸਾਰਾ ਮਾਮਲਾ ਸਾਫ਼ ਹੋ ਜਾਵੇਗਾ ਤੇ ਸਾਡਾ ਵਾਲ ਵਿੰਗਾ ਨਹੀਂ ਹੋਵੇਗਾ। ਇੰਨੀ ਚੇਤਾਵਨੀ ਹੋਰ ਕਰਦਾ ਹਾਂ ਕਿ ਜਿੰਨੀ ਛੇਤੀ ਹੋ ਸਕੇ ਡਾਕਟਰ ਨੂੰ ਅਖਵਾ ਭੇਜੋ ਕਿ ਰੂਪ ਲਾਲ ਦਾ ਫਸਤਾ ਝਟਪਟ ਵੱਢ ਦੇਵੇ ਕਿਉਂਕਿ ਉਸ ਦਾ ਹੋਰ ਜਿਉਣੇ ਰਹਿਣਾ ਖਤਰਨਾਕ ਹੈ ਮਤੇ ਪੁਲਿਸ ਦੇ ਹੱਥ ਆ ਜਾਵੇ। ਤੁਹਾਡਾ ਸੇਵਕ ਮੁਲਖ ਰਾਜ। ਰੂਪ ਲਾਲ ਬਾਬਤ ਪੜ੍ਹ ਕੇ ਤਾਂ ਪ੍ਰੀਤਮ ਸਿੰਘ ਦੇ ਪੈਰਾਂ ਹੇਠੋਂ ਧਰਤੀ ਖਿਸਕਣ ਲੱਗੀ ਕਿ ਉਹਨੂੰ ਖਤਮ ਕਰ ਦਿੱਤਾ ਜਾਵੇਗਾ। ਇਸ ਲਈ ਉਹਨੂੰ ਕਿਸੇ ਡਾਕਟਰ ਦੇ ਘਰ ਰੱਖਿਆ ਹੋਇਆ ਹੈ। ਇਸ ਦੇ ਨਾਲ ਹੀ ਪ੍ਰੀਤਮ ਸਿੰਘ ਨੂੰ ਇੱਕ ਗੱਲ ਦੀ ਖੁਸ਼ੀ ਵੀ ਹੋਈ ਕਿ ਰੂਪ ਲਾਲ ਹਜੇ ਤੱਕ ਜਿਉਂਦਾ ਹੈ। ਉਹ ਸੋਚਣ ਲੱਗਾ ਹੁਣ ਮੈਂ ਉਸਨੂੰ ਮਰਨ ਨਹੀਂ ਦਿਆਂਗਾ। ਉਸਨੇ ਫੋਟੋ ਕੈਮਰਾ ਕੱਢ ਕੇ ਇਸ ਚਿੱਠੀ ਅਤੇ ਲਿਫਾਫੇ ਦੇ ਨੈਗੇਟਿਵ ਲੈ ਲਏ। ਫਿਰ ਉਸਨੇ ਚਿੱਠੀ ਉਹਨਾਂ ਵਿਚਲੀਆਂ ਸਤਰਾਂ ਨੂੰ ਜਿਨ੍ਹਾਂ ਵਿੱਚ ਰੂਪ ਲਾਲ ਦਾ ਜ਼ਿਕਰ ਸੀ ਰਬੜ ਨਾਲ ਮਿਟਾ ਦਿੱਤਾ ਤਾਂ ਜੋ ਉਹਨਾਂ ਨੂੰ ਕੋਈ ਪੜ੍ਹ ਨਾ ਸਕੇ। ਲਿਫਾਫਾ ਜਿਉਂਦਾ ਤਿਉਂ ਬੰਦ ਕਰਕੇ ਉਸਨੇ ਡਾਕਖਾਨੇ ਨੂੰ ਡਿਲੀਵਰ ਕਰਨ ਲਈ ਪਹੁੰਚਾ ਦਿੱਤਾ। ਦੂਜੀ ਚਿੱਠੀ ਸੀ ਮੁਨਸ਼ੀ ਹੋਰਾਂ ਵੱਲੋਂ ਪ੍ਰੀਤਮ ਸਿੰਘ ਦੇ ਨਾਮ, ਜਿਸ ਵਿੱਚ ਦਰਜ ਸੀ ਬਰਖੁਰਦਾਰ ਪ੍ਰੀਤਮ ਸਿੰਘ, ਜਦ ਤੁਸੀਂ ਗਏ ਹੋ ਸਿਵਾ ਇੱਕ ਚਿੱਠੀ ਦੇ ਜਿਹੜੀ ਤੁਸੀਂ ਪੁਸ਼ਪਾ ਨੂੰ ਲਿਖੀ ਸੀ ਤੁਹਾਡਾ ਹੋਰ ਕੋਈ ਖਤ ਨਹੀਂ ਆਇਆ। ਇਹ ਚਿੱਠੀ ਮੈਂ ਤੁਹਾਨੂੰ ਇੱਕ ਜ਼ਰੂਰੀ ਸਲਾਹ ਦੇਣ ਲਈ ਲਿਖ ਰਿਹਾ ਹਾਂ। ਉਮੀਦ ਹੈ ਤੁਸੀਂ ਮੇਰੀ ਸਲਾਹ ਦੀ ਕਦਰ ਤੇ ਪਾਲਣਾ ਕਰੋਗੇ। ਮੈਨੂੰ ਮੋਤਬਾਰ ਜ਼ਰੀਏ ਤੋਂ ਪਤਾ ਲੱਗਾ ਹੈ ਕਿ ਦਿੱਲੀ ਦੇ ਮੁਅੱਜ਼ਜ਼ ਸ਼ਾਹੂਕਾਰ ਲਾਲਾ ਪ੍ਰਭ ਦਿਆਲ ਦਾ ਨਾਮ ਵੀ ਕਿਸੇ ਮੁਕੱਦਮੇ ਵਿੱਚ ਲਪੇਟਿਆ ਜਾ ਰਿਹਾ ਹੈ ਜਿਸ ਦੀ ਤਫਤੀਸ਼ ਦਾ ਕੰਮ ਤੁਹਾਡੇ ਜ਼ਿੰਮੇ ਹੈ। ਮੈਂ ਤੁਹਾਨੂੰ ਦੱਸ ਦਿਆਂ ਕਿ ਲਾਲਾ ਜੀ ਬੜੇ ਸ਼ਰੀਫ ਧਾਰਮਿਕ ਨੇਤਾ, ਮਹਾਦਾਨੀ ਤੇ ਉੱਚੇ ਚਾਲ ਚੱਲਣ ਦੇ ਆਦਮੀ ਹਨ। ਉਹਨਾਂ ਬਾਬਤ ਕਿਸੇ ਕਿਸਮ ਦਾ ਕੋਈ ਝੂਠਾ ਵਹਿਮ ਦਿਲ ਵਿੱਚ ਨਾ ਲਿਆਉਣਾ। ਜੇ ਤੁਹਾਨੂੰ ਕੋਈ ਐਵੇਂ ਉਹਨਾਂ ਬਾਬਤ ਸ਼ੱਕ ਪਾ ਦੇਵੇ ਤਾਂ ਵੀ ਇਤਬਾਰ ਨਾ ਕਰਨਾ। ਉਹ ਮੇਰੇ ਬੜੇ ਮਿੱਤਰ ਹਨ ਤੇ ਮੈਂ ਉਹਨਾਂ ਦੀ ਸਰਾਫਤ ਤੋਂ ਬਹੁਤ ਮੁੱਦਤ ਦਾ ਵਾਕਿਫ ਹਾਂ। ਸ਼ਾਇਦ ਤੁਹਾਨੂੰ ਪਤਾ ਨਾ ਹੋਵੇ, ਦਿੱਲੀ ਦੇ ਬਹੁਤ ਸਾਰੇ ਵਿਦਿਆਲੇ ਤੇ ਆਸ਼ਰਮ ਉਹਨਾਂ ਦੇ ਖਰਚ ਨਾਲ ਚੱਲਦੇ ਹਨ। ਉਮੀਦ ਹੈ ਮੇਰੇ ਥੋੜੇ ਲਿਖੇ ਨੂੰ ਬਹੁਤਾ ਜਾਣੋਗੇ ਤੇ ਲਾਲਾ ਪ੍ਰਭ ਦਿਆਲ ਉੱਤੇ ਕੋਈ ਹਰਫ ਨਹੀਂ ਆਉਣ ਦਿਓਗੇ। ਤੁਹਾਡਾ ਪਿਤਾ। ਇਹਨਾਂ ਦੋਹਾਂ ਚਿੱਠੀਆਂ ਤੋਂ ਬਾਅਦ ਉਹਨੂੰ ਅੰਮ੍ਰਿਤਸਰ ਦੇ ਪੁਲਿਸ ਸਟੇਸ਼ਨ ਵੱਲੋਂ ਇੱਕ ਤਾਰ ਵੀ ਪੁੱਜੀ ਜਿਸ ਵਿੱਚ ਲਿਖਿਆ ਸੀ ਸੰਤ ਓਮਕਾਰ ਨਾਥ ਤੇ ਚੇਤ ਸਿੰਘ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਅੱਜ ਮੁਲਖ ਰਾਜ ਨੂੰ ਵੀ ਹਿਰਾਸਤ ਵਿੱਚ ਕਰ ਲਿਆ ਗਿਆ ਹੈ। ਸਨੇ ਤਾਰ ਮਨੀ ਆਰਡਰ ਦੁਆਰਾ ਵਸੂਲ ਹੋਏ 2000 ਰੁਪਏ ਦੇ। ਇਸ ਰੁਪਏ ਤੋਂ ਛੋਟੋ ਦੇ ਪਾਸੋਂ 1000 ਰੁਪਇਆ ਹੋਰ ਵੀ ਨਿਕਲਿਆ ਹੈ। ਅੱਜ ਸ਼ਾਮ ਦੀ ਗੱਡੀ ਉਹਨੂੰ ਸਬਜ਼ੀ ਮੰਡੀ ਦੇ ਥਾਣੇ ਭੇਜਿਆ ਜਾ ਰਿਹਾ ਹੈ। ਦੂਜੇ ਦਿਨ ਸਵੇਰੇ ਜਦ ਪ੍ਰੀਤਮ ਸਿੰਘ ਜਾਗਿਆ ਤਾਂ ਉਸਦਾ ਚਿਹਰਾ ਉਤਰਿਆ ਹੋਇਆ ਸੀ। ਸੁੰਦਰ ਦਾਸ ਨੇ ਇਸ ਪਰੇਸ਼ਾਨੀ ਦਾ ਕਾਰਨ ਪੁੱਛਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਛੁੱਟ ਟਾਲ ਮਟੋਲ ਤੋਂ ਉਸਨੇ ਕੋਈ ਜਵਾਬ ਨਾ ਦਿੱਤਾ। ਕੇਵਲ ਇੰਨਾ ਹੀ ਦੱਸਿਆ ਕਿ ਉਸਨੇ ਅੱਜ ਇੱਕ ਬਹੁਤ ਬੁਰਾ ਕੰਮ ਕਰਨ ਦਾ ਫੈਸਲਾ ਕੀਤਾ ਹੈ। ਸੁੰਦਰ ਦਾਸ ਦੇ ਬਹੁਤਾ ਖੇੜੇ ਪੈਣ ਤੇ ਉਹਨੇ ਇੰਨਾ ਹੋਰ ਦੱਸਿਆ, ਤੁਹਾਨੂੰ ਛੇਤੀ ਪਤਾ ਲੱਗ ਜਾਏਗਾ। ਉਸਨੇ ਸੂਟਕੇਸ ਵਿੱਚੋਂ ਰੇਲਵੇ ਟਾਈਮ ਟੇਬਲ ਕੱਢ ਕੇ ਕੁਝ ਗੱਡੀਆਂ ਦੇ ਵਕਤ ਵੇਖੇ ਤੇ ਹੋਰ ਥੋੜੀ ਦੇਰ ਬਾਅਦ ਉਹ ਸਟੇਸ਼ਨ ਵੱਲ ਰਵਾਨਾ ਹੋ ਗਿਆ। ਜਾਣ ਤੋਂ ਪਹਿਲਾਂ ਇੱਕ ਵਾਰੀ ਇਹ ਸਲਾਹ ਹੋਈ ਮਨੋਰਮਾ ਨੂੰ ਮਿਲਣ ਦੀ, ਪਰ ਮੁਲਖ ਰਾਜ ਦੀ ਚਿੱਠੀ ਵਿਚਲੇ ਉਹ ਸ਼ਬਦ ਹਜੇ ਤੱਕ ਉਸਦੇ ਦਿਮਾਗ ਵਿੱਚ ਭਿਆਨਕ ਰੂਪ ਵਿੱਚ ਗੂੰਜ ਰਹੇ ਸਨ ਜਿਸ ਕਰਕੇ ਉਹ ਰੁਕ ਨਾ ਸਕਿਆ। ਅੰਕ 40ਵਾਂ। ਸਬਜ਼ੀ ਮੰਡੀ ਥਾਣੇ ਦੇ ਇੱਕ ਨਵੇਕਲੇ ਕਮਰੇ ਵਿੱਚ ਪ੍ਰੀਤਮ ਸਿੰਘ ਕੁਰਸੀ ਤੇ ਬੈਠਾ ਸੀ ਤੇ ਉਸਦੇ ਸਾਹਮਣੇ ਫਰਸ਼ ਉੱਤੇ ਬੈਠਾ ਮੁਲਖ ਰਾਜ ਕੰਬ ਰਿਹਾ ਸੀ। ਆਪਣੇ ਮਾਲਕ ਦਾ ਨਮਕ ਖੋਰ ਮੁਲਖ ਰਾਜ ਭਲਾ ਛੇਤੀ ਕਦੋਂ ਕੁਝ ਦੱਸਣ ਵਾਲਾ ਸੀ। ਪਹਿਲਾਂ ਤਾਂ ਪ੍ਰੀਤਮ ਸਿੰਘ ਨੇ ਪਿਆਰ ਦਿਲਾਸੇ ਨਾਲ ਉਸ ਪਾਸੋਂ ਪੁੱਛਣ ਦੀ ਕੋਸ਼ਿਸ਼ ਕੀਤੀ, ਪਰ ਜਦ ਉਸਨੇ ਦੇਖਿਆ ਕਿ ਇਹ ਕੱਚੀਆਂ ਗੋਲੀਆਂ ਨਹੀਂ ਖੇਡਿਆ ਹੋਇਆ ਤਾਂ ਦਬਕਾ ਮਾਰ ਕੇ ਉਸਨੂੰ ਕਹਿਣ ਲੱਗਾ,
ਵੇਖ ਮੁਲਕ ਰਾਜ, ਮੈਂ ਤੈਨੂੰ ਸਾਫ਼ ਕਹਿ ਦਿਆਂ ਕਿ ਇਸ ਤਰ੍ਹਾਂ ਮੁਕਰਨ ਨਾਲ ਤੇਰਾ ਛੁਟਕਾਰਾ ਨਹੀਂ ਹੋ ਸਕੇਗਾ, ਜਦ ਕਿ ਮੈਂ ਤੈਨੂੰ ਵਾਰ-ਵਾਰ ਯਕੀਨ ਦਿਵਾ ਚੁੱਕਾ ਹਾਂ ਕਿ ਤੈਨੂੰ ਵਾਅਦੇ ਮੁਆਫੀ ਵਿੱਚ ਰੱਖ ਕੇ ਬਿਲਕੁਲ ਮਹਿਫੂਜ਼ ਕਰ ਦਿਆਂਗਾ। ਫਿਰ ਵੀ ਸਮਝ ਨਹੀਂ ਆਉਂਦੀ ਕਿ ਇਸ ਤਰ੍ਹਾਂ ਹਰ ਗੱਲ ਤੋਂ ਇਨਕਾਰ ਕਰਨ ਦਾ ਤੈਨੂੰ ਕੀ ਫਾਇਦਾ। ਮੁਲਕ ਰਾਜ ਨੇ ਹੱਥ ਜੋੜ ਕੇ ਕੰਬਦਿਆਂ ਕਿਹਾ, ਜਨਾਬ ਦਾ ਖਿਆਲ ਦਰੁਸਤ ਹੈ, ਪਰ ਮੈਨੂੰ ਸਹੁੰ ਦੇਵੀ ਮਾਤਾ ਦੀ, ਜੇ ਮੈਨੂੰ ਕਿਸੇ ਗੱਲ ਦਾ ਪਤਾ ਹੋਵੇ। ਮੈਂ ਤੇ ਅੰਮ੍ਰਿਤਸਰ ਗਿਆ ਸਾਂ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ, ਮੈਨੂੰ ਐਵੇਂ ਖਾਮਖਾ ਪੁਲਿਸ ਨੇ ਫੜ ਲਿਆ। ਦੁਹਾਈ ਰੱਬ ਦੀ, ਮੇਰਾ ਕੋਈ ਕਸੂਰ ਨਹੀਂ, ਮੈਨੂੰ ਕਿਸੇ ਮਾਮਲੇ ਦਾ ਪਤਾ ਨਹੀਂ। ਤੂੰ ਕਹਿਣਾ ਇਹ ਰਿਸ਼ਤੇਦਾਰਾਂ ਨੂੰ ਮਿਲਣ ਗਿਆ ਸਾਂ, ਤਾਂ ਫਿਰ 2000 ਰੁਪਏ ਤੂੰ ਕਾਹਦੇ ਲਈ ਤਾਰ ਵਿੱਚ ਮੰਗਾਏ ਸਨ, ਜਿਹੜੇ ਪੁਲਿਸ ਨੇ ਤੇਰੇ ਪਾਸੋਂ ਬਰਾਮਦ ਕੀਤੇ ਨੇ? ਹਾਲਾਂਕਿ 1000 ਰੁਪਈਆ ਪਹਿਲਾਂ ਤੋਂ ਤੇਰੇ ਕੋਲ ਮੌਜੂਦ ਸੀ। ਜਨਾਬ, ਉਹ ਮੇਰੇ ਨਹੀਂ ਸਨ, ਉਹ ਤਾਂ ਲਾਲਾ ਨੇ ਇਸ ਵਾਸਤੇ ਭੇਜੇ ਸਨ ਕਿ ਮੈਂ ਆਉਂਦਾ ਹੋਇਆ ਅੰਮ੍ਰਿਤਸਰੋਂ ਕੁਝ ਪਸ਼ਮੀਨੇ ਦਾ ਮਾਲ ਖਰੀਦ ਲਿਆਵਾਂ। ਇਹਨਾਂ ਰੁਪਈਆਂ ਬਾਰੇ ਤੂੰ ਲਾਲਾ ਨੂੰ ਕੋਈ ਚਿੱਠੀ ਲਿਖੀ ਸੀ? ਜਨਾਬ ਦਾ ਖਿਆਲ ਦਰੁਸਤ ਹੈ, ਪਰ ਮੈਂ ਤੇ ਬਿਲਕੁਲ ਕੋਈ ਚਿੱਠੀ ਨਹੀਂ ਲਿਖੀ। ਪਰ ਲਾਲਾ ਨੇ ਤਾਂ ਤੈਨੂੰ ਚਿੱਠੀ ਲਿਖੀ ਹੋਵੇਗੀ ਨਾ ਕਿ ਉਹਨਾਂ ਰੁਪਈਆਂ ਦਾ ਫਲਾਨਾ ਫਲਾਨਾ ਮਾਲ ਲੈ ਆਵੀਂ। ਜੀ ਹਾਂ, ਜਨਾਬ ਦਾ ਖਿਆਲ ਠੀਕ ਹੈ, ਉਹਨਾਂ ਮੈਨੂੰ ਲਿਖੀ ਸੀ। ਉਹ ਚਿੱਠੀ ਕਿੱਥੇ ਹੈ? ਜਨਾਬ, ਉਹ ਮੈਂ ਪੜ੍ਹ ਕੇ ਉੱਥੇ ਕਿਤੇ ਸੁੱਟ ਛੱਡੀ ਸੀ। ਪ੍ਰੀਤਮ ਸਿੰਘ ਨੇ ਜੇਬ ਵਿੱਚੋਂ ਇੱਕ ਬ੍ਰੋਮਾਈਡ ਪੇਪਰ ਦਾ ਲਪੇਟਿਆ ਟੁਕੜਾ ਕੱਢ ਕੇ ਉਸਦੇ ਸਾਹਮਣੇ ਕਰਕੇ ਪੁੱਛਿਆ, ਇਹ ਤਾਂ ਨਹੀਂ ਸੀ? ਮੁਲਕ ਰਾਜ ਨੇ ਫੋਟੋ ਦੀ ਕਾਪੀ ਲੈ ਕੇ ਪੜ੍ਹੀ। ਪੜ੍ਹਦਿਆਂ ਹੀ ਉਸਦਾ ਮੂੰਹ ਪੀਲਾ ਪੈ ਗਿਆ, ਉਸਨੂੰ ਜਿਵੇਂ ਦੰਦਲ ਪੈ ਗਈ। ਪ੍ਰੀਤਮ ਸਿੰਘ ਨੇ ਉਸਦਾ ਮੋਢਾ ਹਲੂਣ ਕੇ ਕਿਹਾ, ਹਜੇ ਵੀ ਮੁਕਰਨ ਦੀ ਕੋਈ ਗੁੰਜਾਇਸ਼ ਹੈ? ਜੇ ਹੈ ਤਾਂ ਦੱਸ। ਮੁਲਕ ਰਾਜ ਦੀਆਂ ਸਾਰੀਆਂ ਚੁਸਤੀਆਂ ਚਲਾਕੀਆਂ ਉੱਤੇ ਪਾਣੀ ਫਿਰ ਗਿਆ। ਮੁਕਰਨ ਨੂੰ ਕੋਈ ਥਾਂ ਨਹੀਂ ਸੀ। ਉਸ ਪਾਸੋਂ ਫੋਟੋ ਦੀ ਕਾਪੀ ਲੈ ਕੇ ਪ੍ਰੀਤਮ ਸਿੰਘ ਨੇ ਕਿਹਾ, ਮੁਲਕ ਰਾਜ, ਵੇਖ, ਇਸ ਵੇਲੇ ਤੂੰ ਪੂਰੀ ਤਰ੍ਹਾਂ ਕਾਨੂੰਨ ਦੇ ਸਿਕੰਜੇ ਵਿੱਚ ਹੈ। ਇਸ ਮੁਕੱਦਮੇ ਵਿੱਚੋਂ ਬਚ ਕੇ ਨਿਕਲਣ ਦਾ ਤੇਰੇ ਲਈ ਕੋਈ ਰਸਤਾ ਬਾਕੀ ਨਹੀਂ। ਤੇਰੇ ਹੱਥੀਂ ਲਿਖੀ ਹੋਈ ਚਿੱਠੀ ਹੀ ਮੂੰਹੋਂ ਬੋਲ ਕੇ ਤੇਰੇ ਜੁਰਮ ਦਾ ਇਕਬਾਲ ਕਰਦੀ ਏ। ਮੈਨੂੰ ਇਹ ਵੀ ਪਤਾ ਲੱਗ ਚੁੱਕਾ ਹੈ ਕਿ ਰਿਸ਼ਵਤ ਦੇਣ ਲਈ ਤੂੰ ਮੇਰੇ ਪਿਤਾ ਪਾਸ ਪਹੁੰਚਿਆ ਸੈਂ। ਉਹਨਾਂ ਨੂੰ ਤੂੰ 1000 ਰੁਪਇਆ ਨਕਦ ਦਿੱਤਾ ਤੇ 1000 ਹੋਰ ਚੌਥੇ ਦਿਨ ਦੇਣ ਦਾ ਤੂੰ ਇਕਰਾਰ ਕੀਤਾ। ਪਰ ਲਾਲਾ ਨੂੰ ਧੋਖਾ ਦੇਣ ਲਈ ਤੂੰ ਲਿਖਿਆ ਕਿ ਮੈਂ 2000 ਦਿੱਤਾ ਹੈ ਤੇ ਬਾਕੀ 2000 ਹੋਰ ਭੇਜੋ। ਗੋਇਆ ਇਸ ਕੰਮ ਵਿੱਚੋਂ 2000 ਦੀ ਰਕਮ ਤੂੰ ਆਪ ਉਡਾਉਣੀ ਚਾਹੀ। ਕੀ ਇਸ ਵਿੱਚ ਕੋਈ ਗੱਲ ਝੂਠੀ ਹੈ? ਮੁਲਕ ਰਾਜ ਦਾ ਲਹੂ ਜੰਮਦਾ ਜਾਂਦਾ ਸੀ। ਪ੍ਰੀਤਮ ਸਿੰਘ ਨੇ ਕਿਹਾ, ਹਜੇ ਵੀ ਤੇਰਾ ਬਚਾਓ ਹੋ ਸਕਦਾ ਹੈ ਜੇ ਤੂੰ ਅਕਲਮੰਦੀ ਤੋਂ ਕੰਮ ਲਵੇਂ, ਨਹੀਂ ਤਾਂ ਬਚ ਤਾਂ ਤੂੰ ਮੁਕਰਨ ਨਾਲ ਵੀ ਨਹੀਂ ਸਕਦਾ, ਕਿਉਂਕਿ ਤੇਰੇ ਅਤੇ ਤੇਰੇ ਮਾਲਕ ਦੇ ਜ਼ੁਰਮਾਂ ਨੂੰ ਸਾਬਿਤ ਕਰਨ ਲਈ ਤੇਰੀ ਇਹ ਚਿੱਠੀ ਤੇ ਇਸ ਦੇ ਉੱਤਰ ਵਿੱਚ ਤੇਰੇ ਵਸੂਲ ਕੀਤੇ 2000 ਰੁਪਏ ਹੀ ਕਾਫੀ ਸਬੂਤ ਹਨ। ਮੁਲਕ ਰਾਜ ਗਿੜਗੜਾ ਕੇ ਪ੍ਰੀਤਮ ਦੇ ਪੈਰਾਂ ਤੇ ਡਿੱਗ ਪਿਆ। ਜਨਾਬ, ਮੈਨੂੰ ਬਚਾ ਲਓ, ਮੈਂ ਤੁਹਾਡੀ ਗਊ ਹਾਂ। ਤਾਂ ਤੈਨੂੰ ਵਾਅਦੇ ਮੁਆਫੀ ਦੀ ਸ਼ਰਤ ਤੇ ਸਭ ਕੁਝ ਦੱਸਣਾ ਮਨਜ਼ੂਰ ਹੈ? ਜੀ ਮਨਜ਼ੂਰ ਹੈ। ਪ੍ਰੀਤਮ ਸਿੰਘ ਨੇ ਕਾਗਜ਼ ਉੱਤੇ ਉਹਦਾ ਬਿਆਨ ਲਿਖਣਾ ਸ਼ੁਰੂ ਕੀਤਾ। ਜੋ ਕੁਝ ਮੈਂ ਪੁੱਛਾਂਗਾ ਸੱਚੋ ਸੱਚ ਦੱਸੇਗਾ? ਜੀ ਜਨਾਬ। ਅੱਛਾ, ਪਹਿਲਾਂ ਇਹ ਦੱਸ ਕਿ ਜਿਸ ਰੂਪ ਲਾਲ ਦਾ ਤੂੰ ਆਪਣੀ ਚਿੱਠੀ ਵਿੱਚ ਜ਼ਿਕਰ ਕੀਤਾ ਹੈ ਉਹ ਕੌਣ ਹੈ? ਮੁਲਕ ਰਾਜ ਨੂੰ ਇੱਕ ਵਾਰੀ ਫਿਰ ਸਖਤਾ ਮਾਰ ਗਿਆ। ਮੁਸ਼ਕਲ ਨਾਲ ਬੋਲਿਆ, ਜਨਾਬ ਦਾ ਖਿਆਲ ਦਰੁਸਤ ਹੈ, ਪਰ ਮੈਂ ਕਿਸੇ ਰੂਪ ਲਾਲ ਨੂੰ ਨਹੀਂ ਜਾਣਦਾ। ਬੇਸ਼ੱਕ ਤੂੰ ਨਹੀਂ ਜਾਣਦਾ ਹੋਵੇਗਾ, ਪਰ ਤੇਰੀ ਚਿੱਠੀ ਕਹਿੰਦੀ ਹੈ ਕਿ ਤੂੰ ਜਾਣਨਾ ਹੈ। ਜਨਾਬ ਦਾ ਖਿਆਲ ਵਿੱਚੋਂ ਹੀ ਪ੍ਰੀਤਮ ਸਿੰਘ ਦਬਕਾ ਮਾਰ ਕੇ ਕਹਿਣ ਲੱਗਾ, ਬੇਵਕੂਫਾਂ ਵਾਂਗ ਜਨਾਬ ਜਨਾਬ ਬਕਣ ਦਾ ਕੋਈ ਫਾਇਦਾ ਨਹੀਂ। ਸਿੱਧੀ ਤਰ੍ਹਾਂ ਜਵਾਬ ਦੇ ਜੋ ਮੈਂ ਪੁੱਛ ਰਿਹਾ ਹਾਂ। ਜਨਾਬ, ਮੈਂ ਬਿਲਕੁਲ ਬੇਕਸੂਰ ਹਾਂ। ਪ੍ਰੀਤਮ ਸਿੰਘ ਲਾਲ ਲਾਲ ਅੱਖਾਂ ਵਿਖਾ ਕੇ ਕਹਿਣ ਲੱਗਾ, ਵੇਖ ਮੁਲਕ ਰਾਜ, ਦੂਸਰੇ ਪੁਲਿਸ ਅਫਸਰਾਂ ਵਾਂਗ ਮੁਲਜ਼ਮ ਨੂੰ ਮਾਰ ਕੁੱਟ ਕੇ ਤਸੀਹੇ ਦੇ ਕੇ ਜ਼ੁਰਮ ਦਾ ਇਕਬਾਲ ਕਰਾਉਣ ਦੀ ਮੇਰੀ ਆਦਤ ਨਹੀਂ। ਬਿਹਤਰ ਹੈ ਕਿ ਤੂੰ ਸ਼ਰੀਫ ਆਦਮੀ ਵਾਂਗ ਆਪ ਹੀ ਸਭ ਕੁਝ ਸੱਚ ਦੱਸ ਦੇਵੇਂ, ਨਹੀਂ ਤਾਂ ਮੈਂ ਤਾਂ ਕਿਸੇ ਉੱਤੇ ਹੱਥ ਨਹੀਂ ਚੁੱਕਦਾ ਹੁੰਦਾ, ਪਰ ਤੈਨੂੰ ਕਿਸੇ ਉਹੋ ਜਿਹੇ ਅਫਸਰ ਦੇ ਹਵਾਲੇ ਕਰ ਦਿਆਂਗਾ ਜਿਹੜਾ ਮਿੰਟਾਂ ਵਿੱਚ ਤੇਥੋਂ ਸਭ ਕੁਝ ਮਨਵਾ ਲਵੇਗਾ। ਜੀ ਤੁਸੀਂ ਮੈਨੂੰ ਹੋਰ ਕਿਸੇ ਦੇ ਹਵਾਲੇ ਕਾਹਨੂੰ ਕਰੋਗੇ? ਮੈਂ ਦੱਸ ਦਿੰਦਾ ਹਾਂ। ਦੱਸ ਫਿਰ, ਰੂਪਲਾਲ ਕਿੱਥੇ ਹੈ? ਰੂਪਲਾਲ ਨੂੰ ਲਾਲਾ ਨੇ ਡਾਕਟਰ ਨਜ਼ੀਰ ਅਹਿਮਦ ਕੋਲ ਰੱਖਿਆ ਹੋਇਆ ਏ। ਕਿਸ ਮਤਲਬ ਲਈ? ਮਤਲਬ ਜਨਾਬ ਕੀ ਦੱਸਾਂ? ਡਰ ਨਾ, ਨਿਸੰਗ ਹੋ ਕੇ ਦੱਸ। ਜਨਾਬ, ਉਸਨੂੰ ਮਾਰਨ ਲਈ। ਇਹ ਤਾਂ ਮੈਂ ਤੇਰੀ ਚਿੱਠੀ ਤੋਂ ਹੀ ਸਮਝ ਲਿਆ ਸੀ, ਪਰ ਕਿਉਂ ਮਾਰਨ ਲਈ? ਜਨਾਬ, ਲਾਲਾ ਨੇ ਉਸਦੇ ਨਾਂ ਤੇ ਆਪਣੇ ਹੱਕ ਵਿੱਚ 50,000 ਦੇ ਬੀਮੇ ਦੀ ਪਾਲਿਸੀ ਖਰੀਦੀ ਹੋਈ ਹੈ। ਹੈਂ? ਪ੍ਰੀਤਮ ਸਿੰਘ ਨੇ ਤਰਬਕ ਕੇ ਕਿਹਾ, ਸਿਰਫ ਰੁਪਈਆ ਵਸੂਲ ਕਰਨ ਲਈ? ਜੀ ਹਾਂ ਜਨਾਬ ਦਾ ਖਿਆਲ ਦਰੁਸਤ ਹੈ। ਤੇ ਰੂਪਲਾਲ ਨੇ ਜਾਣਬੁੱਝ ਕੇ ਕਿਸੇ ਡਾਕਟਰ ਦੀ ਕੈਦ ਵਿੱਚ ਰਹਿਣਾ ਕਿਸ ਤਰ੍ਹਾਂ ਮਨਜ਼ੂਰ ਕਰ ਲਿਆ? ਲਾਲਾ ਨੇ ਪੁਲਿਸ ਨਾਲ ਮਿਲ ਕੇ ਮੇਰੇ ਰਾਹੀਂ ਉਸਦੇ ਅੰਦਰ ਇੱਕ ਦਿਨ ਪਿਸਤੌਲ ਸੁੱਟ ਕੇ ਉਸਨੂੰ ਐਵੇਂ ਝੂਠੀ ਮੂਠੀ ਗ੍ਰਿਫਤਾਰ ਕਰਾ ਦਿੱਤਾ ਸੀ ਤੇ ਉਸ ਰਾਤ ਬੀਮੇ ਦੇ ਕਾਗਜ਼ਾਂ ਉੱਤੇ ਉਸ ਦੇ ਦਸਤਖਤ ਕਰਵਾ ਲਏ। ਦੂਜੇ ਦਿਨ ਪੁਲਿਸ ਪਾਸੋਂ ਛੁਡਵਾ
ਲਾਲਾ ਨੇ ਉਸ ਉੱਤੇ ਇਹ ਅਹਿਸਾਨ ਕੀਤਾ ਕਿ ਮੈਂ ਤੈਨੂੰ ਇੱਕ ਬੜੇ ਭਾਰੇ ਮੁਕੱਦਮੇ ਵਿੱਚੋਂ ਬਚਾ ਲਿਆ ਹੈ। ਉਸੇ ਰਾਤ ਉਹਦੀ ਵਹੁਟੀ ਮਨੋਰਮਾ ਨੂੰ ਉਡਾਇਆ ਗਿਆ ਤੇ ਇਸ ਤੋਂ ਬਾਅਦ ਝੱਟ ਹੀ ਰੂਪਲਾਲ ਨੂੰ ਝੂਠਾ ਡਰ ਪਾ ਦਿੱਤਾ ਕਿ ਪੁਲਿਸ ਉਸ ਦੀ ਭਾਲ ਕਰ ਰਹੀ ਹੈ। ਇੱਕ ਸਾਜ਼ਿਸ਼ ਦੇ ਮੁਕੱਦਮੇ ਵਿੱਚ ਉਸ ਦੇ ਵਾਰੰਟ ਜਾਰੀ ਹੋਏ ਹਨ। ਰੂਪਲਾਲ ਬੜਾ ਘਬਰਾਇਆ ਤੇ ਉਹ ਲਾਲਾ ਨੂੰ ਕਹਿਣ ਲੱਗਾ, ਜਿਸ ਤਰ੍ਹਾਂ ਹੋ ਸਕੇ ਮੈਨੂੰ ਬਚਾਓ। ਲਾਲਾ ਤਾਂ ਪਹਿਲਾਂ ਹੀ ਉਸ ਨੂੰ ਡਾਕਟਰ ਦੀ ਕੈਦ ਵਿੱਚ ਕੁਝ ਦਿਨ ਰੱਖ ਕੇ ਤੇ ਹੌਲੀ-ਹੌਲੀ ਉਸ ਦੇ ਅੰਦਰ ਜ਼ਹਿਰੀਲੀ ਦਵਾਈ ਦਾ ਅਸਰ ਕਰਕੇ 10-15 ਦਿਨਾਂ ਤੀਕ ਮਾਰ ਦੇਣਾ ਚਾਹੁੰਦਾ ਸੀ। ਨਾਲੇ ਰੂਪਲਾਲ ਉਂਝ ਵੀ ਬਿਮਾਰ ਸੀ, ਸੋ ਲਾਲਾ ਨੇ ਉਸ ਨੂੰ ਡਾਕਟਰ ਦੇ ਸਪੁਰਦ ਕਰ ਦਿੱਤਾ। ਉਸ ਦੇ ਸਪੁਰਦ ਹੁੰਦਿਆਂ ਹੀ ਦਵਾਈ ਦੇ ਅਸਰ ਨਾਲ ਉਸ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ। ਫਿਰ ਤਾਂ ਉਹ ਉਂਝ ਹੀ ਕਿਤੇ ਆਉਣ ਜਾਣ ਤੋਂ ਆਰੀ ਹੋ ਗਿਆ ਤੇ ਉਸਨੇ ਮਨੋਰਮਾ ਨੂੰ ਕਦੇ ਯਾਦ ਨਾ ਕੀਤਾ, ਕਦੇ ਨਹੀਂ। ਮਨੋਰਮਾ ਵੱਲੋਂ ਲਾਲਾ ਨੇ ਚਲਾਕੀ ਨਾਲ ਪਹਿਲਾਂ ਹੀ ਉਸ ਨੂੰ ਮੁਤਨਫਰ ਕਰ ਦਿੱਤਾ ਸੀ ਕਿ ਉਸ ਦੀ ਵਹੁਟੀ ਕਿਸੇ ਨਾਲ ਨਿਕਲ ਗਈ ਹੈ। ਰੂਪਲਾਲ ਨੇ ਇਸ ਗੱਲ ਨੂੰ ਸੱਚ ਮੰਨ ਲਿਆ ਕਿਉਂਕਿ ਲਾਲਾ ਉੱਤੇ ਉਹਨੂੰ ਪੂਰਾ ਵਿਸ਼ਵਾਸ ਸੀ। ਉਹ ਇੱਥੋਂ ਤੀਕ ਕਹਿਣ ਲੱਗਾ ਕਿ ਜੇ ਕਿਤੇ ਮਨੋਰਮਾ ਇੱਕ ਵਾਰੀ ਮੈਨੂੰ ਮਿਲ ਜਾਵੇ ਤਾਂ ਮੈਂ ਜ਼ਰੂਰ ਉਸਦਾ ਖੂਨ ਕਰ ਸੁੱਟਾਂਗਾ, ਭਾਵੇਂ ਇਸ ਬਦਲੇ ਮੈਨੂੰ ਫਾਂਸੀ ਕਿਉਂ ਨਾ ਚੜ੍ਹਨਾ ਪਵੇ। ਸੁਣ ਕੇ ਪ੍ਰੀਤਮ ਸਿੰਘ ਦੇ ਦਿਲ ਨੂੰ ਚਸਕਾ ਪੈਣ ਲੱਗੀਆਂ। ਉਸਨੇ ਪੁੱਛਿਆ, ਤੇਰੇ ਖਿਆਲ ਵਿੱਚ ਉਹ ਕਿੰਨੇ ਕੁ ਦਿਨ ਕੱਢ ਸਕੇਗਾ? ਜਨਾਬ, ਖਬਰੇ ਹਫਤਾ 2 ਹਫ਼ਤੇ ਕੱਢ ਜਾਵੇ ਜਾਂ ਨਾ ਹੀ ਕੱਢੇ। ਪ੍ਰੀਤਮ ਸਿੰਘ ਦੀ ਉੱਡ ਕੇ ਰੂਪਲਾਲ ਪਾਸ ਪਹੁੰਚਣ ਦੀ ਸਲਾਹ ਹੋਈ। ਬਿਆਨ ਲਿਖ ਲੈਣ ਤੋਂ ਬਾਅਦ ਉਹਨੇ ਮੁਲਕ ਰਾਜ ਦੇ ਦਸਤਖਤ ਕਰਵਾ ਲਏ। ਫਿਰ ਉਸਨੇ ਮੁਜਰਮ ਨੂੰ ਇੰਚਾਰਜ ਦੇ ਹਵਾਲੇ ਕੀਤਾ ਤੇ ਆਪ ਝਟਪਟ ਦਿੱਲੀ ਰਵਾਨਾ ਹੋਇਆ। ਜਾਂਦਾ ਹੋਇਆ ਉਹ ਹਿਦਾਇਤ ਕਰ ਗਿਆ ਕਿ ਮੁਲਜ਼ਮ ਨੂੰ ਰਾਤੀ ਗੁਪਤ ਢੰਗ ਨਾਲ ਦਿੱਲੀ ਪਹੁੰਚਾ ਦਿੱਤਾ ਜਾਵੇ। ਇਸ ਤੋਂ ਛੋਟੋ ਨੇ ਡਾਕਟਰ ਨਜ਼ੀਰ ਅਹਿਮਦ ਦਾ ਵੀ ਪਤਾ ਮੁਲਕ ਰਾਜ ਤੋਂ ਪੁੱਛ ਲਿਆ। ਅੰਕ 41ਵਾਂ। ਰਾਤ ਦਾ ਵੇਲਾ ਹੈ। ਡਾਕਟਰ ਨਜ਼ੀਰ ਅਹਿਮਦ ਹੋਰੀ ਦੁਕਾਨ ਤੇ ਬੈਠੇ ਬੇਸਬਰੀ ਨਾਲ ਕਿਸੇ ਦੀ ਉਡੀਕ ਕਰ ਰਹੇ ਹਨ। ਉਹਨਾਂ ਦੀ ਤਬੀਅਤ ਇਸ ਵੇਲੇ ਕੁਝ ਵਧੇਰੇ ਪਰੇਸ਼ਾਨ ਤੇ ਚਿਹਰਾ ਸਹਿਮਿਆ ਮਾਲੂਮ ਹੁੰਦਾ ਹੈ। ਥੋੜੀ ਦੇਰ ਬਾਅਦ ਹੀ ਇੱਕ ਚਲਦਾ ਪੁਰਜਾ ਜਿਹਾ ਕੋਈ 13-14 ਵਰ੍ਹਿਆਂ ਦਾ ਮੁੰਡਾ ਭੱਜਾ ਆਇਆ। ਇਹ ਡਾਕਟਰ ਹੋਰਾਂ ਦਾ ਸ਼ਾਗਿਰਦ ਹੈ, ਜਿਹੜਾ ਸੱਜੀ ਅੱਖੋਂ ਕਾਣਾ ਤੇ ਜ਼ਬਾਨੋਂ ਕੁਝ ਥਥਲਾ ਹੈ। ਡਾਕਟਰ ਨੇ ਕਾਲੀ ਤੇ ਬੇਸਬਰੀ ਨਾਲ ਉਸਨੂੰ ਪੁੱਛਿਆ, ਅਬੇ ਆਏ ਕਿ ਨਹੀਂ? ਮੁੰਡੇ ਨੇ ਹਫਦਿਆਂ ਸ਼ਾਇਦ ਉਹ ਦੌੜਦਾ ਆਇਆ ਸੀ ਕਿਹਾ, ਲਾਲਾ ਜੀ का आदमी कहता है कि बाहर गए हुए हैं, शाम को आ जाएगा कि भेज देंगे। डॉक्टर ने गुस्से नाल बुल टुकदियां कहा, मर बे उल्लू के पट्ठे, अरे नलायक, तुझे तो कहा था कि उस लाला साला के बच्चे को साथ लेकर आना। मुंडा बेचारा फिर पिछली पैरी भज उठिया। अंदरों किसी दे रुकवें साह लैके हाय हाय दी आवाज़ सुनाई देन लगी। डॉक्टर ने कुछ चिर तो उधर ध्यान ना दिता, पर जद उसके कन्ना ले सुनना औखा हो गया तो उठ के पिछले अंदर जा पुजा। एक कमरा की सी काल कोठड़ी सी। इस दे बूहे ते बारियां सब बंद सन। केवल कंध दे आले विच एक मिट्टी दे तेल दा दीवा जग रिहा सी, जिस दे मध्यम चानन विच पता लगदा सी कि एक नुकरे मंजे ते कोई रोगी पिया अड्डियां रगड़ रिहा है। जिस दी सरांदी वाल एक छोटी तरपाई पई सी, जिस उत्ते दवाई दी एक शीशी ते एक कंच दा गिलास सी। डॉक्टर ने जांदियां ही रोगी नूं घुरक के कहा, अबे कमबख्त क्यों हाय हाय करके कान खाए जा रहा है? रोगी दे मुर्दे चेहरे उत्ते दीवे दा मध्यम चानन पै के उसनूं होर भी पीला ते डरावना बना रिहा सी। उस दीयां अखां टोयां विच धस गईयां ते जबाड़ियां विचों हड्डियां उभर आईयां सन। कंबल विचों उसदे दोवें नंगे गोडे निकले हुए सन। रोगी ने डॉक्टर दी घुरकी वल कोई ध्यान ना करके बड़े औख नाल कहा, डॉक्टर जी, मेरा जिस्म जल रहा है, मैं मर रहा हूँ, लाला जी कब आएंगे? मरता है तो मर मनहूस, डॉक्टर ने गुस्से नाल कहा। मेरा मगज क्यों चाटता है? लड़के को भेजा है तेरे उस बाप को बुलाने के लिए, अभी आकर तुझे ले जाएगा और वही जाकर मरना उसके घर में, कह के डॉक्टर फिर बाहर निकल आया। इस वेले उसने डिठा कि एक कार आके उसके बूहे अगे खड़ो गई। इस तरह गल्ला करन लगा, अच्छा हुआ वो आ गया, बकाया रुपए भी दे जाएगा और इस आफत को भी यहाँ से उठा ले जाएगा, और इसने तो मेरा नाक में दम। ਉਹ ਇਹੋ ਸੋਚ ਰਿਹਾ ਸੀ ਕਿ ਮੋਟਰ ਵਿੱਚੋਂ ਇੱਕ ਨਵੀਂ ਦੇ ਥਾਂ 4-5 ਸਵਾਰੀਆਂ ਉਤਰੀਆਂ ਉਸਨੂੰ ਨਜ਼ਰੀ ਪਈਆਂ ਤੇ ਜਿਸ ਦੀ ਉਹਨੂੰ ਉਡੀਕ ਸੀ, ਜਿਸ ਦੇ ਨੱਕ ਤੇ ਪੱਟੀ ਬੰਨੀ ਹੋਈ ਸੀ, ਉਹ ਇਹਨਾਂ ਵਿੱਚ ਨਹੀਂ ਸੀ। ਉਸਨੇ ਸੋਚਿਆ ਸ਼ਾਇਦ ਲਾਲਾ ਨੇ ਮਰੀਜ਼ ਨੂੰ ਲੈ ਜਾਣ ਲਈ ਆਪਣੇ ਆਦਮੀ ਭੇਜ ਦਿੱਤੇ ਹੋਣਗੇ, ਪਰ ਜਦ ਉਸਨੇ ਮੋਟਰ ਵਿੱਚੋਂ ਕਿਸੇ ਦੀ ਬਾਂਹ ਦਾ ਸਹਾਰਾ ਲੈ ਕੇ ਇੱਕ ਰੋਗੀ ਮੁਟਿਆਰ ਨੂੰ ਨਿਕਲਦਿਆਂ ਤੱਕਿਆ ਤਾਂ ਉਸਨੇ ਖਿਆਲ ਕੀਤਾ ਕਿ ਕੋਈ ਨਵਾਂ ਸ਼ਿਕਾਰ ਆਇਆ ਹੈ। ਸਾਰੇ ਦਗੜ ਕਰਦੇ ਉਸ ਦੀ ਦੁਕਾਨ ਤੇ ਚੜ੍ਹ ਆਏ ਤੇ ਉਹਨਾਂ ਦੇ ਪਿੱਛੇ ਉਹ ਤੀਵੀਂ ਵੀ ਕਿਸੇ ਦਾ ਮੋਢਾ ਸਹਾਰਾ ਲਈ ਉੱਪਰ ਪਹੁੰਚੀ। ਪ੍ਰੀਤਮ ਸਿੰਘ ਨੇ ਆਉਂਦਿਆਂ ਹੀ ਜਰਾ ਨਰਮ ਆਵਾਜ਼ ਵਿੱਚ ਡਾਕਟਰ ਨੂੰ ਪੁੱਛਿਆ,
आपका ही नाम डॉक्टर नज़ीर अहमद है। डॉक्टर ने अनुमान लाया कि इस बीमार ਤੀਵੀ ਨੂੰ ਕਿਸੇ ਗੁਪਤ ਇਲਾਜ ਲਈ ਲਿਆਂਦਾ ਗਿਆ ਹੈ। ਉਸ ਪਾਸ ਮਰੀਜ਼ਾਂ ਦੇ ਆਉਣ ਦਾ ਅਕਸਰ ਇਹੋ ਵਕਤ ਹੁੰਦਾ ਸੀ। ਉਹ ਬੋਲਿਆ, ਖਾਕ ਸਰ का ਹੀ ਨਾਮ ਹੈ, ਫਰਮਾਈਏ। ਪ੍ਰੀਤਮ ਸਿੰਘ ਨੇ ਆਪਣੇ ਨਾਲ ਦੇ ਚਿੱਟੇ ਕਪੜੀਏ ਨੂੰ ਇਸ਼ਾਰਾ ਕੀਤਾ। ਸਿਪਾਹੀ ਅਗਾਂਹ ਵਧਿਆ ਤੇ ਬੋਲਿਆ, ਡਾਕਟਰ ਸਾਹਿਬ ਤਕਲੀਫ ਮੁਆਫ, ਜ਼ਰਾ ਆਪਣੇ ਹੱਥ ਇਧਰ ਕੀਜੀਏ। ਤੇ ਦੂਜੇ ਹੀ ਪਲ ਡਾਕਟਰ ਦੇ ਦੋਹਾਂ ਹੱਥਾਂ ਵਿੱਚ ਹੱਥਕੜੀ ਸੀ। ਦੋਹਾਂ ਸਿਪਾਹੀਆਂ ਨੂੰ ਡਾਕਟਰ ਸਣੇ ਬਾਹਰ ਵਰਾਂਡੇ ਦੀ ਨੁਕਰੇ, ਜਿੱਥੇ ਕਿਸੇ ਆਉਂਦੇ ਜਾਂਦੇ ਦੀ ਨਜ਼ਰ ਨਾ ਪਵੇ, ਖੜੇ ਕਰਕੇ ਪ੍ਰੀਤਮ ਸਿੰਘ, ਡਾਕਟਰ ਸੁੰਦਰ ਦਾਸ ਤੇ ਮੁਲਖ ਰਾਜ ਤਿੰਨੇ ਅੰਦਰ ਦਾਖਲ ਹੋਏ। ਮਨੋਰਮਾ ਪਹਿਲਾਂ ਹੀ ਉੱਥੇ ਪਹੁੰਚ ਚੁੱਕੀ ਸੀ। ਬਾਹਰ ਖੜੋਤਿਆਂ ਨੇ ਹਾਏ ਹਾਏ ਦੀ ਆਵਾਜ਼ ਅੰਦਰੋਂ ਆਉਣੀ ਸੁਣੀ। ਕਿਸੇ ਹੋਰ ਨੇ ਤਾਂ ਇਸ ਆਵਾਜ਼ ਨੂੰ ਨਹੀਂ ਸੀ ਪਛਾਤਾ, ਪਰ ਮਨੋਰਮਾ ਨੂੰ ਜਿਸ ਦੇ ਪਛਾਣਨ ਵਿੱਚ ਪਲ ਵੀ ਨਾ ਲੱਗਾ। ਇਸੇ ਕਰਕੇ ਉਹ ਹੋਰਨਾਂ ਤੋਂ ਅਗੇਤਰੇ ਹੀ ਅੰਦਰ ਜਾ ਪਹੁੰਚੀ। ਮਨੋਰਮਾ ਪਤੀ ਦੀ ਮੰਜੀ ਤੇ ਡਿੱਗ ਪਈ ਤੇ ਸਿਸਕ ਕੇ ਰੋਣ ਲੱਗੀ। ਰੂਪ ਲਾਲ ਨੇ ਆਪਣੀਆਂ ਕਮਜ਼ੋਰ ਅੱਖਾਂ ਚੌੜੀਆਂ ਕਰਕੇ ਉਸਦੇ ਚਿਹਰੇ ਨੂੰ ਪਛਾਣਨ ਦੀ ਕੋਸ਼ਿਸ਼ ਕੀਤੀ। ਜਦ ਉਸਨੇ ਪਛਾਣ ਲਿਆ ਇਹੋ ਮਨੋਰਮਾ ਹੈ ਤਾਂ ਉਸਦੇ ਸਰੀਰ ਵਿੱਚ ਨਫ਼ਰਤ ਤੇ ਕ੍ਰੋਧ ਦੀ ਕੰਬਣੀ ਆਈ ਤੇ ਉਸਨੇ ਮੂੰਹ ਦੂਜੇ ਪਾਸੇ ਮੋੜ ਲਿਆ। ਦੂਸਰੇ ਵੀ ਆ ਪਹੁੰਚੇ ਸਨ। ਮਨੋਰਮਾ ਉੱਠ ਕੇ ਮੰਜੇ ਦੀ ਦੂਸਰੀ ਬਾਹੀਂ ਵੱਲ ਹੋ ਗਈ ਤੇ ਪਤੀ ਦੇ ਸਰੀਰ ਉੱਤੇ ਬਾਹਾਂ ਫੈਲਾ ਕੇ ਬੋਲਣਾ ਚਾਹੀ, ਪਰ ਬੋਲ ਨਾ ਸਕੀ। ਤਦੇ ਹੀ ਰੂਪ ਲਾਲ ਨੇ ਆਪਣੇ ਮਾਸ ਤੋਂ ਸਖਣੀ ਬਾਹ ਨਾਲ ਆਪਣੇ ਆਪ ਨੂੰ ਉਸਦੇ ਸਪਰਸ਼ ਤੋਂ ਛੁਡਾਉਣ ਦਾ ਯਤਨ ਕਰਦਿਆਂ ਕੰਬਦੇ ਬੁੱਲਾਂ 'ਚੋਂ ਕਿਹਾ, ਚਲੀ ਜਾ ਬਦਕਾਰੇ, ਮੇਰੀਆਂ ਅੱਖਾਂ ਅੱਗੋਂ ਦੂਰ ਹੋ ਜਾ। ਅੱਗੇ ਮੈਂ ਘੱਟ ਦੁਖੀ ਸਾਂ ਜੋ ਤੂੰ ਅਖੀਰੀ ਵੇਲੇ ਮੇਰੇ ਸੀਨੇ ਵਿੱਚ ਛੁਰੀਆਂ ਮਾਰਨ ਆਈ ਏ। ਰੂਪ ਲਾਲ ਦੀ ਜ਼ੁਬਾਨ ਵਿੱਚ ਪਤਾ ਨਹੀਂ ਕਿੱਥੋਂ ਬਲ ਆ ਗਿਆ। ਜਿਹੜਾ ਇੱਕ ਅੱਧ ਵਾਰ ਵੀ ਸਾਹ ਤੋੜ ਕੇ ਬੋਲਦਾ ਸੀ, ਇਸ ਵੇਲੇ ਤੰਦਰੁਸਤ ਵਾਂਗ ਕੜਕਣ ਲੱਗ ਪਿਆ। ਨਾਲ ਹੀ ਉਸਨੂੰ ਖੰਘ ਆਉਣੀ ਸ਼ੁਰੂ ਹੋ ਗਈ। ਡਾਕਟਰ ਸੁੰਦਰਦਾਸ ਨੇ ਵੇਖਿਆ ਤੇ ਇਸ ਸਿੱਟੇ ਤੇ ਅਪੜਿਆ ਕਿ ਰੋਗੀ ਦੀ ਜੀਵਨ ਲੀਲਾ ਸਮਾਪਤ ਹੋਣ ਵਾਲੀ ਹੈ। ਉਸਨੇ ਪ੍ਰੀਤਮ ਸਿੰਘ ਦੇ ਕੰਨ ਵਿੱਚ ਕਿਹਾ, ਇਹ ਵੱਧ ਤੋਂ ਵੱਧ 1 ਜਾਂ 2 ਘੰਟਿਆਂ ਦਾ ਹੀ ਮਹਿਮਾਨ ਹੈ, ਕਾਰਵਾਈ ਛੇਤੀ ਖਤਮ ਕਰੋ। ਪ੍ਰੀਤਮ ਸਿੰਘ ਰੂਪ ਲਾਲ ਦੇ ਪਾਸ ਬੈਠ ਕੇ ਉਸਦੇ ਦਿਲ ਵਿੱਚੋਂ ਸਹਿਮ ਕੱਢਣ ਲਈ ਉਸਨੂੰ ਅਸਲੀਅਤ ਸਮਝਾਉਣ ਦਾ ਯਤਨ ਕਰਨ ਲੱਗਾ। ਉਸਨੇ ਜਲਦੀ ਤੇ ਸੰਖੇਪ ਵਿੱਚ ਸਾਰੀ ਅਸਲੀਅਤ ਉੱਤੇ ਚਾਨਣਾ ਪਾਣਾ ਸ਼ੁਰੂ ਕੀਤਾ। ਨਾਲ ਹੀ ਉਸਨੇ ਮਨੋਰਮਾ ਬਦਕਸੂਰੀ ਦਾ ਸਬੂਤ ਦੇਣ ਲਈ ਮੁਲਖ ਰਾਜ ਨੂੰ ਉਸਦੇ ਸਾਹਮਣੇ ਕੀਤਾ, ਜਿਸ ਨੇ ਸਾਰਾ ਵਿਰਤਾਂਤ ਉਸਨੂੰ ਖੋਲ ਕੇ ਦੱਸਦਿਆਂ ਹੋਇਆ ਕਿਹਾ, ਇਹ ਸਾਰੀ ਕਾਰਸਤਾਨੀ ਉਸ ਪਖੰਡੀ ਸੰਤੇ ਲਾਲਾ ਸਾਹਿਬ ਦੀ ਹੈ। ਤੈਨੂੰ ਉਸਨੇ ਧੋਖੇ ਵਿੱਚ ਰੱਖਿਆ ਸੀ। ਹਵਾਲਾਤਾਂ ਦੀ ਕੋਠੜੀ ਵਿੱਚ ਜਿਸ ਕਾਗਜ਼ ਉੱਤੇ ਉਹਨੇ ਤੇਰੇ ਦਸਤਖਤ ਕਰਵਾਏ ਸਨ, ਉਹ ਅਸਲ ਵਿੱਚ ਬੀਮੇ ਦਾ ਫਾਰਮ ਸੀ, ਜਿਹੜਾ ਉਸਨੇ ਤੇਰੇ ਵੱਲੋਂ 50,000 ਰੁਪਏ ਦਾ ਮੁਕੰਮਲ ਕਰਵਾ ਕੇ ਵਸੂਲ ਕਰਨ ਦਾ ਇਰਾਦਾ ਧਾਰਿਆ ਹੋਇਆ ਸੀ। ਤੇ ਉਸਦੇ ਨਾਲ ਹੀ ਜਿਹੜਾ ਉਹ ਹੈਟ ਵਾਲਾ ਸਾਹਿਬ ਸੀ, ਉਹ ਬੈਰਿਸਟਰ ਨਹੀਂ, ਬੀਮਾ ਕੰਪਨੀ ਦਾ ਏਜੰਟ ਸੀ। ਉਸਨੇ ਦੱਸਿਆ, ਮਨੋਰਮਾ ਵਿਚਾਰੀ ਦਾ ਤਾਂ ਤੇਰੇ ਮਰਨੇ ਮਰਦੀ ਦਾ ਹਾਲ ਹੋ ਗਿਆ ਹੈ ਕਿ ਉਹ ਮੌਤ ਨਾਲ ਘੁਲ ਚੁੱਕੀ ਹੈ। ਲਾਲਾ ਨੇ ਜਦ ਜੰਗਲ ਵਿੱਚ ਜਾ ਕੇ ਇਸ ਵਿਚਾਰੀ ਦੀ ਇੱਜ਼ਤ ਲੈਣੀ ਚਾਹੀ ਤਾਂ ਇਸਨੇ ਉਸਦੇ ਨੱਕ ਤੇ ਚੱਕ ਵੱਢ ਕੇ ਬਾਰੀ ਵਿੱਚੋਂ ਨਦੀ ਵਿੱਚ ਛਾਲ ਮਾਰ ਦਿੱਤੀ। ਤੇ ਉਧਰ ਲਾਲਾ ਦੇ ਨੱਕ ਤੇ ਤੂੰ ਖੁਦ ਇੱਕ ਵਾਰੀ ਪੱਟੀ ਵੇਖ ਚੁੱਕਾ ਹੈ। ਜਿਹੜਾ ਮੇਰੇ ਨਾਲ ਉਦਣ ਤੇਰੀ ਖਬਰ ਪੁੱਛਣ ਲਈ ਹਵਾਲਾਤ ਵਿੱਚ ਗਿਆ ਸੀ, ਉਹ ਅਸਲ ਵਿੱਚ ਮਨੋਰਮਾ ਦੇ ਦੰਦਾਂ ਦਾ ਜ਼ਖਮ ਸੀ। ਰੂਪ ਲਾਲ ਦਾ ਸੀਨਾ ਦਹਿਲ ਉੱਠਿਆ। ਸਾਰਾ ਹਨੇਰਾ ਉਸਦੇ ਸਾਹਮਣੇ ਚਾਨਣ ਵਿੱਚ ਵੱਟ ਗਿਆ। ਉਹ ਦਿਮਾਗ ਉੱਤੇ ਜ਼ੋਰ ਦੇ ਕੇ ਇਹਨਾਂ ਗੱਲਾਂ ਨੂੰ ਸੋਚਣ ਲੱਗਾ। ਲਾਲਾ ਹੋਰੀ ਵੀ ਹੱਥਕੜੀ ਤੇ 2 ਸਿਪਾਹੀਆਂ ਸਣੇ ਅੰਦਰ ਦਾਖਲ ਹੋਏ। ਲਾਲਾ ਹੋਰੀ ਗ੍ਰਿਫਤਾਰ ਹੋ ਚੁੱਕੇ ਸਨ ਤੇ ਪ੍ਰੀਤਮ ਸਿੰਘ ਦੇ ਹੁਕਮ ਨਾਲ ਦੂਸਰੀ ਕਾਰ ਵਿੱਚ ਸਿਪਾਹੀਆਂ ਦੀ ਨਿਗਰਾਨੀ ਹੇਠ ਲਿਆਂਦੇ ਗਏ ਸਨ। ਮਨੋਰਮਾ ਹਜੇ ਤੀਕ ਅਵਾਕ ਸੀ। ਉਸ ਦਿਨ ਤੋਂ ਬਾਅਦ ਅੱਜ ਪਹਿਲੀ ਵਾਰ ਉਸਨੇ ਲਾਲਾ ਦੀ ਸ਼ਕਲ ਵੇਖੀ। ਉਸ ਨੂੰ ਅੱਜ ਪਤਾ ਲੱਗਾ ਕਿ ਇਸ ਦੀ ਕਿਰਪਾ ਨਾਲ ਉਹ ਬਰਬਾਦ ਹੋਈ ਤੇ ਉਸ ਦਾ ਪਤੀ ਵੀ ਇਸੇ ਦਾ ਸ਼ਿਕਾਰ ਹੋ ਕੇ ਇਸ ਵੇਲੇ ਜ਼ਿੰਦਗੀ ਤੇ ਮੌਤ ਦੇ ਵਿਚਾਲੇ ਲਟਕ ਰਿਹਾ ਹੈ। ਲਾਲਾ ਨੂੰ ਵੇਖਦਿਆਂ ਹੀ ਉਹ ਆਪਣੇ ਕ੍ਰੋਧ ਨੂੰ ਸੰਭਾਲ ਨਾ ਸਕੀ। ਡਿੱਗਦੀ ਉਸ ਵੱਲ ਵਧੀ ਤੇ ਉਸ ਵਿੱਚ ਜਿੰਨਾ ਵੀ ਜ਼ੋਰ ਸੀ, ਵੱਟ ਕੇ ਇੱਕ ਮੁੱਕੀ ਉਸਨੇ ਲਾਲਾ ਦੇ ਜ਼ਖਮੀ ਨੱਕ ਉੱਤੇ ਮਾਰੀ। ਨਾਲ ਹੀ ਬੋਲੀ, ਤੇਰੀ ਬੇੜੀ ਗਰਕ ਜਾਏ ਚੌਰਿਆ, ਆ ਮੈਂ ਤੇਰੀ ਜਾਨ ਕੱਢਾਂ। ਮਨੋਰਮਾ ਨੂੰ ਤਾਂ ਡਾਕਟਰ ਸੁੰਦਰਦਾਸ ਨੇ ਫੜ ਲਿਆ, ਪਰ ਲਾਲਾ ਫੜਦਿਆਂ ਵੀ ਦਾੜ ਕਰਕੇ ਡਿੱਗ ਪਿਆ। ਨੱਕ ਦੀ ਪੀੜ ਨਾਲ ਉਹ ਬਿਲਬਿਲਾ ਉੱਠਿਆ। ਪੱਟੀ ਵਿੱਚੋਂ ਲਹੂ ਸਿਮ ਵਗਿਆ। ਉਸਦੇ ਸਰੀਰ ਦੀ ਤਾਕਤ ਤਾਂ ਗ੍ਰਿਫਤਾਰੀ ਨਾਲ ਹੀ ਖਤਮ ਹੋ ਚੁੱਕੀ ਸੀ। ਰੂਪ ਲਾਲ ਨੇ ਸਭ ਕੁਝ ਸੁਣਿਆ ਤੇ ਸਭ ਕੁਝ ਡਿੱਠਾ। ਉਸਦੀਆਂ ਅੱਖਾਂ ਅੱਗੋਂ ਪਰਦਾ ਚੁੱਕਿਆ ਗਿਆ, ਪਰ ਉਸ ਵੇਲੇ ਜਦੋਂ ਮੌਤ ਦਾ ਪਰਦਾ ਉਸਦੇ ਦੁਆਲੇ ਤਾਣਿਆ ਜਾ ਚੁੱਕਾ ਸੀ, ਉਸਦਾ ਮਰਨਾਊ ਸਰੀਰ ਇਸ ਅਚਾਨਕੀ ਅਦਲਾ ਬਦਲੀ ਨੂੰ ਸਹਾਰ ਨਾ ਸਕਿਆ। ਸ਼ਾਇਦ ਵਕਤ ਤੋਂ ਕੁਝ ਅਗੇਤਾ ਹੀ ਮੌਤ ਨੇ ਆਪਣਾ ਭਿਆਨਕ ਹੱਥ ਉਸ ਵੱਲ ਵਧਾਉਣਾ ਸ਼ੁਰੂ ਕਰ ਦਿੱਤਾ। ਉਹ ਇੱਕਦਮ ਉਨਮਾਦੀ ਹੋ ਕੇ ਪੁਕਾਰ ਉੱਠਿਆ, ਆਹ, ਮੇਰੀ ਮਨੋਰਮਾ ਬੇਕਸੂਰ ਹੈ। ਮੈਂ ਆਪਣੀ ਦੇਵੀ ਉੱਤੇ ਕਲੰਕ ਲਾਇਆ, ਬਿਲਕੁਲ ਝੂਠਾ ਕਲੰਕ। ਉਹ ਪਰਮਾਤਮਾ, ਮੈਂ ਕੀ ਕੀਤਾ? ਮਨੋਰਮਾ ਦਾ ਸਿਰ ਇਸ ਵੇਲੇ ਰੂਪ ਲਾਲ ਦੀ ਛਾਤੀ ਉੱਤੇ ਸੀ। ਉਹ ਉਸ ਦੀ ਤਪਦੀ
ਛਾਤੀ ਨੂੰ ਹੰਝੂਆਂ ਨਾਲ ਠੰਡਾ ਕਰਨ ਦਾ ਯਤਨ ਕਰ ਰਹੀ ਸੀ। ਰੂਪ ਲਾਲ ਉਸੇ ਤਰ੍ਹਾਂ ਬੋਲਦਾ ਗਿਆ, ਮੈਨੂੰ ਅੱਜ ਪਤਾ ਲੱਗਾ ਕਿ ਇਹ ਲਾਲਾ ਪਾਪੀ ਸੀ। ਇਸ ਨੇ ਤੇ ਉਸ ਦੁਸ਼ਟ ਸੰਤ ਨੇ ਮਨੋਰਮਾ ਨੂੰ ਮੇਥੋਂ ਖੋਹਣ ਲਈ ਹੀ ਰਲ ਕੇ ਮੇਰੇ ਅੱਗੇ ਨੌਕਰੀ ਦਾ ਚੋਗਾ ਸੁੱਟਿਆ ਸੀ। ਮੈਨੂੰ ਮਾਰ ਕੇ ਇੱਕ ਜਣਾ ਬੀਮਾ ਵਸੂਲ ਕਰਨਾ ਚਾਹੁੰਦਾ ਸੀ, ਦੂਜਾ ਮੇਰੀ ਮਨੋਰਮਾ ਨੂੰ। ਇਸਨੇ ਹਾਂ ਇਸੇ ਸ਼ੈਤਾਨ ਲਾਲੇ ਨੇ ਮੈਨੂੰ ਕਿਹਾ ਸੀ ਕਿ ਤੇਰੀ ਮਨੋਰਮਾ ਕਿਸੇ ਨਾਲ ਨਿਕਲ ਗਈ। ਲਾਲਾ ਇਸ ਵੇਲੇ ਧਰਤੀ ਵਿੱਚ ਗਰਕਦਾ ਜਾਂਦਾ ਸੀ। ਮਨੋਰਮਾ ਨੂੰ ਹਟਕੋਰਿਆਂ ਤੋਂ ਬਿਨਾਂ ਕਿਸੇ ਗੱਲ ਦੀ ਸੁਰਤ ਨਹੀਂ ਸੀ। ਪ੍ਰੀਤਮ ਸਿੰਘ ਕਾਗਜ਼ ਪੈਨਸਲ ਲਈ ਦਬਾ-ਦਬ ਰੂਪ ਲਾਲ ਦੇ ਮੂੰਹੋਂ ਨਿਕਲਦੀਆਂ ਗੱਲਾਂ ਲਿਖ ਰਿਹਾ ਸੀ। ਇਸ ਤੋਂ ਬਾਅਦ ਪ੍ਰੀਤਮ ਸਿੰਘ ਨੇ ਰੂਪ ਲਾਲ ਦੇ ਹੱਥ ਵਿੱਚ ਪੈਨਸਲ ਫੜਾ ਕੇ ਕਾਗਜ਼ ਉੱਤੇ ਦਸਤਖਤ ਕਰਨ ਲਈ ਕਿਹਾ। ਉਸਨੇ ਕੰਬਦੇ ਹੱਥਾਂ ਨਾਲ ਕਰ ਦਿੱਤੇ। ਮਨੋਰਮਾ ਹਜੇ ਤੀਕ ਵਿਲਕ ਰਹੀ ਸੀ। ਰੂਪ ਲਾਲ ਹੋਰ ਬੋਲਣੋਂ ਅਸਮਰਥ ਸੀ। ਉਸਨੇ ਆਪਣੇ ਹੱਥਾਂ ਨੂੰ ਛਾਤੀ ਤੇ ਟਿਕੇ ਹੋਏ ਮਨੋਰਮਾ ਦੇ ਸਿਰ ਤੇ ਫੇਰਿਆ। ਉਸ ਦੀਆਂ ਅੱਖਾਂ ਵਿੱਚੋਂ ਅਥਰੂਆਂ ਦੀਆਂ ਕੁਝ ਬੂੰਦਾਂ ਫਟੀਆਂ, ਪਰ ਕਿਸੇ ਪਾਸੇ ਡੁੱਲੀਆਂ ਨਹੀਂ। ਉਸ ਦੀਆਂ ਅੱਖਾਂ ਦੇ ਟੋਏ ਇੰਨੇ ਡੂੰਘੇ ਹੋ ਚੁੱਕੇ ਸਨ ਕਿ ਇਹਨਾਂ ਅਨਮੋਲ ਮੋਤੀਆਂ ਲਈ ਕੰਡਿਆਂ ਤੀਕ ਪੁੱਜਣਾ ਮੁਸ਼ਕਿਲ ਸੀ। ਉਸਨੇ ਇੱਕ ਵਾਰੀ ਫੇਰ ਨਜ਼ਰ ਭਰ ਕੇ ਮਨੋਰਮਾ ਵੱਲ ਤੱਕਣ ਦਾ ਯਤਨ ਕੀਤਾ, ਪਰ ਹੰਝੂ ਭਰੀਆਂ ਅੱਖਾਂ ਨੇ ਉਸਦੀ ਨਜ਼ਰ ਨੂੰ ਰੋਕ ਛੱਡਿਆ ਹੋਇਆ ਸੀ। ਉਸਨੂੰ ਕੁਝ ਨਹੀਂ ਸੀ ਦਿਸਦਾ। ਇਸੇ ਹਾਲਤ ਵਿੱਚ ਮਨੋਰਮਾ ਦੇ ਸਿਰ ਤੇ ਫਿਰਦੇ ਫਿਰਦੇ ਉਹਦੇ ਹੱਥ ਇੱਕੇ ਥਾਂ ਟਿਕ ਗਏ ਤੇ ਨਾਲ ਹੀ ਅੱਖਾਂ ਦੀਆਂ ਪੁਤਲੀਆਂ ਵੀ, ਪਰ ਅਥਰੂ ਹਜੇ ਤੀਕ ਉਹਨਾਂ ਉੱਤੇ ਤਾਰੀਆਂ ਲਾ ਰਹੇ ਸਨ। ਡਾਕਟਰ ਸੁੰਦਰ ਦਾਸ ਨੇ ਅਗਾਂਹ ਹੋ ਕੇ ਪੋਟੇ ਨਾਲ ਉਸਦੀਆਂ ਪਲਕਾਂ ਬੰਦ ਕਰ ਦਿੱਤੀਆਂ। ਆਪਣੇ ਨਿਕਲਣ ਦਾ ਬੂਹਾ ਸਦਾ ਲਈ ਬੰਦ ਹੁੰਦਾ ਵੇਖ ਕੇ ਉਹ ਤੁਪਕੇ ਜਿਹੜੇ ਗਰਮ ਤੋਂ ਠੰਡੇ ਹੋ ਚੁੱਕੇ ਸਨ ਇੱਕ ਪਾਸੇ ਟਪਕ ਗਏ। ਮਨੋਰਮਾ ਨੂੰ ਪਤੀ ਦੀ ਛਾਤੀ ਤੋਂ ਚੁੱਕਣ ਲਈ ਕਿਸੇ ਨੂੰ ਬਹੁਤੀ ਖੇਚਲ ਨਾ ਕਰਨੀ ਪਈ। ਜੇ ਕਦੇ ਉਹ ਹੋਸ਼ ਵਿੱਚ ਹੁੰਦੀ ਤਾਂ ਇਸ ਦੀ ਛਾਤੀ ਨਾਲੋਂ ਜੁਦਾ ਕਰਨ ਲਈ ਪਤਾ ਨਹੀਂ ਕਿੰਨਾ ਜ਼ੋਰ ਲਾਣਾ ਪੈਂਦਾ। ਮਨੋਰਮਾ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਕਮਰੇ ਵਿੱਚੋਂ ਕੱਢਿਆ ਗਿਆ। ਇਸ ਤੋਂ ਛੁੱਟ ਲਾਲਾ ਪ੍ਰਭਦਿਆਲ, ਡਾਕਟਰ ਨਜ਼ੀਰ ਤੇ ਮੁਲਖ ਰਾਜ ਨੂੰ ਮੁਲਜ਼ਮ ਦੀ ਹਾਲਤ ਵਿੱਚ ਤੁਰਨ ਲੱਗਿਆ। ਪ੍ਰੀਤਮ ਸਿੰਘ ਨੇ ਤਰਪਾਈ ਉੱਤੇ ਪਈ ਹੋਈ ਉਹ ਦਵਾਈ ਵਾਲੀ ਸ਼ੀਸ਼ੀ, ਜਿਸ ਵਿੱਚ 2/3 ਹਿੱਸਾ ਹਜੇ ਮੌਜੂਦ ਸੀ, ਚੁੱਕ ਕੇ ਖੀਸੇ ਵਿੱਚ ਪਾ ਲਈ। ਅੰਕ 42ਵਾਂ। ਰਾਤ ਨੂੰ ਜਦ ਮਨੋਰਮਾ ਮਕਾਨ ਉੱਤੇ ਲਿਆਂਦੀ ਗਈ ਤਾਂ ਉਹ ਬੇਹੋਸ਼ ਸੀ। ਇਹ ਬੇਹੋਸ਼ੀ ਲਗਾਤਾਰ 5 ਘੰਟੇ ਆਉਂਦੀ ਤੇ ਜਾਂਦੀ ਰਹੀ। ਪ੍ਰੀਤਮ ਸਿੰਘ ਤਾਂ ਗੁਪਤਗੜ੍ਹ ਦੀ ਤਲਾਸ਼ੀ ਰਾਤੋਂ ਰਾਤ ਕਰਨ ਲਈ ਪੁਲਿਸ ਦਸਤੇ ਨਾਲ ਪ੍ਰਭਦਿਆਲ, ਮੁਲਖ ਰਾਜ ਤੇ ਗੰਗਾ ਦਈ ਸਣੇ ਰਵਾਨਾ ਹੋ ਚੁੱਕਾ ਸੀ, ਪਰ ਸੁੰਦਰ ਦਾਸ ਸਾਰੀ ਰਾਤ ਉਸ ਪਾਸੋਂ ਨਹੀਂ ਹਿੱਲਿਆ ਤੇ ਉਸਨੂੰ ਦਵਾਈ ਤੇ ਦਵਾਈ ਦਿੱਤੀ ਜਾਂਦੀ ਰਹੀ। ਅਖੀਰ ਕਿਤੇ ਅੱਧੀ ਰਾਤ ਵੇਲੇ ਉਸਦੀ ਬੇਹੋਸ਼ੀ ਦੂਰ ਹੋਈ। ਜਿੰਨਾ ਚਿਰ ਤਾਂ ਉਸਨੂੰ ਰਾਤ ਵਾਲੀ ਘਟਨਾ ਦਾ ਚੇਤਾ ਨਾ ਆਉਂਦਾ ਉਹ ਅਰਾਸਤੀ ਰਹਿੰਦੀ, ਪਰ ਜਿਉਂ ਹੀ ਉਹ ਭਿਆਨਕ ਦ੍ਰਿਸ਼ ਉਸਦੇ ਦਿਮਾਗ ਵਿੱਚ ਪ੍ਰਗਟ ਹੁੰਦਾ ਕਿ ਉਹ ਕੁਰਲਾ ਉੱਠਦੀ। ਸੁੰਦਰ ਦਾਸ ਨੂੰ ਫਿਕਰ ਪੈ ਗਿਆ ਕਿ ਜੇ ਇਸ ਦੀ ਹਾਲਤ ਵਿੱਚ ਫਰਕ ਨਾ ਆਇਆ ਤਾਂ ਸੰਭਵ ਹੈ ਇਸ ਨੂੰ ਵੀ ਆਪਣੇ ਪਤੀ ਦੇ ਰਾਹ ਤੇ ਜਾਣਾ ਪਵੇ। ਉਸ ਤੋਂ ਜਿੰਨਾ ਕੁ ਹੋ ਸਕਦਾ ਸੀ ਦਿਲਾਸੇ ਦਿਲਬਰੀਆਂ ਦੇ ਦੇ ਕੇ ਉਸਦੇ ਦੁੱਖ ਦੂਰ ਕਰਨ ਦਾ ਉਪਰਾਲਾ ਕਰਦਾ ਰਿਹਾ। ਉਸਦੀ ਜ਼ਿੰਦਗੀ ਦੀਆਂ ਸਾਰੀਆਂ ਵਾਹਲਾਂ ਸਕੇ ਸੰਬੰਧੀਆਂ ਵਾਂਗ ਆਪਣੇ ਸਿਰ ਚੁੱਕਣ ਦੇ ਇਕਰਾਰ ਸੁੰਦਰ ਦਾਸ ਨੇ ਕੀਤੇ, ਪਰ ਉਸ ਕਰਮਾ ਮਾਰੀ ਦੇ ਦਿਲ ਦੀ ਲੱਗੀ ਨੂੰ ਕੌਣ ਬੁਝਾ ਸਕਦਾ ਸੀ। ਦੁਨੀਆ ਵਿੱਚ ਸਭ ਕੁਝ ਮਿਲ ਸਕਦਾ ਸੀ, ਪਰ ਉਸਦੇ ਜੀਵਨ ਦਾ ਜਿਹੜਾ ਸਾਥੀ ਰੱਬ ਨੇ ਉਸ ਪਾਸੋਂ ਖੋਹ ਲਿਆ, ਕਿ ਉਸਨੂੰ ਮੋੜ ਲਿਆਉਣ ਦਾ ਕੋਈ ਜ਼ਿੰਮਾ ਚੁੱਕ ਸਕਦਾ ਸੀ। ਵਿਚਾਰੇ ਦੀ ਭਿਆਨਕ ਮੌਤ ਦਾ ਨਜ਼ਾਰਾ ਉਸ ਬਦਨਸੀਬ ਕੁੜੀ ਨੂੰ ਤੜਫਾ ਕੇ ਮਾਰਨ ਲਈ ਕਾਫੀ ਸੀ। ਕੀ ਇਹ ਅਜਿਹੀਆਂ ਗੱਲਾਂ ਸਨ ਜਿਨ੍ਹਾਂ ਨੂੰ ਉਹ ਅਭਾਗਨੀ ਝਟਪਟ ਭੁੱਲ ਜਾਂਦੀ? ਪਰ ਕੁਦਰਤ ਦਾ ਅਸੂਲ ਹੈ ਕਿ ਉਹ ਮਨੁੱਖ ਨੂੰ ਕੋਈ ਵੱਡੀ ਤੋਂ ਵੱਡੀ ਤਕਲੀਫ ਵੀ ਜਦ ਦਿੰਦੀ ਹੈ ਤਾਂ ਨਾਲ ਹੀ ਉਸਦੇ ਸਹਾਰਨ ਦਾ ਬਲ ਵੀ ਪ੍ਰਦਾਨ ਕਰ ਦਿੰਦੀ ਹੈ। ਕੀ ਮਨੋਰਮਾ ਮਰ ਗਈ? ਕੀ ਉਸਨੇ ਜੀਵਨ ਸਮਾਪਤ ਕਰ ਲਿਆ? ਨਹੀਂ, ਉਹ ਜਿਉਂਦੀ ਹੈ, ਵਿਧਵਾ ਹੁੰਦੀ ਹੋਈ ਵੀ ਜਿਉਂਦੀ ਹੈ। ਇਹੋ ਬਲ ਹੈ ਜਿਹੜਾ ਕੁਦਰਤ ਹਰ ਇੱਕ ਨੂੰ ਦੁੱਖ ਸਹਾਰਨ ਲਈ ਦੇ ਕੇ ਉਸਦੀ ਹੋਂਦ ਨੂੰ ਕਾਇਮ ਰੱਖਦੀ ਹੈ। ਅਖੀਰ ਰਾਤ ਬੀਤੀ ਤੇ ਮਨੋਰਮਾ ਲਈ ਦੂਜੇ ਦਿਨ ਦਾ ਸੂਰਜ ਚੜ੍ਹਿਆ, ਜਦਕਿ ਉਸਦੇ ਜੀਵਨ ਦਾ ਸੂਰਜ ਡੁੱਬ ਚੁੱਕਾ ਸੀ। ਸਾਰੀ ਰਾਤ ਦੇ ਯਤਨਾਂ ਨਾਲ ਉਹ ਆਪਣੇ ਦਿਲ ਨੂੰ ਕੁਝ ਸੰਭਾਲ ਸਕੀ ਸੀ ਕਿ ਇੱਕ ਨਵੀਂ ਝਾਕੀ ਨੇ ਉਸਦੇ ਦਿਲ ਦੇ ਗੰਢੇ ਤੋਪੇ ਟੁਕੜਿਆਂ ਨੂੰ ਇੱਕ ਵਾਰੀ ਫੇਰ ਖਲੇਰ ਦਿੱਤਾ। ਉਸਦੇ ਅੱਲੇ ਜ਼ਖਮਾਂ ਉੱਤੇ ਸੁੰਦਰ ਦਾਸ ਵੱਲੋਂ ਰਾਤੀ ਜਿੰਨੇ ਪਿਆਰ ਮਲਮ ਦੇ ਫਹੇ ਰੱਖੇ ਗਏ ਸਨ ਉਹ ਸਾਰੇ ਇੱਕੋ ਵਾਰੀ ਬੇਅਸਰ ਹੋ ਗਏ ਜਦੋਂ ਉਸਨੇ ਹਸਪਤਾਲ ਕਰਮਚਾਰੀਆਂ ਦੇ ਮੋਢਿਆਂ ਤੇ ਚੁੱਕੀ ਹੋਈ ਲਾਸ਼ ਨੂੰ ਆਉਂਦਿਆਂ ਤੱਕਿਆ। ਉਹ ਦਿਲ ਭਰ ਕੇ ਸਾਰੀ ਰਾਤ ਰੋਂਦੀ ਰਹੀ, ਇੱਥੋਂ ਤੱਕ ਕਿ ਰੋ ਰੋ ਕੇ ਉਸਦੀਆਂ ਅੱਖਾਂ ਦੇ ਅਥਰੂ ਮੁੱਕ ਗਏ, ਉਸਦਾ ਦਮ ਹਾਰ ਗਿਆ, ਉਹ ਰੱਜ ਗਈ, ਹਫ ਗਈ। ਇਸ ਵੇਲੇ ਉਹ ਨਾ ਰੋਂਦੀ ਸੀ ਨਾ ਬੋਲਦੀ ਸੀ, ਕੇਵਲ ਅੱਖਾਂ ਪਾੜ ਕੇ ਖਾਲੀ ਨਜ਼ਰ ਨਾਲ ਤੱਕ ਰਹੀ ਸੀ। ਅਖੀਰ ਉਸਦੇ ਪਤੀ ਦੀ ਅਰਥੀ ਸ਼ਮਸ਼ਾਨ ਵੱਲ ਜਾਣ ਲਈ ਤਿਆਰ ਹੋਈ। ਉਸਦੇ ਬਚੇ ਖੁਚੇ ਅਥਰੂ ਵੀ, ਜੇ ਕੋਈ ਹੈ ਸਨ, ਇਸ ਵੇਲੇ ਨੁੱਚੜ ਗਏ। ਗਲੇ ਵਿੱਚ ਜੇ ਹਜੇ ਵੀ ਕੁਝ ਰੋਣ ਦੀ ਸ਼ਕਤੀ ਕੁਝ ਰਹਿ ਗਈ ਸੀ ਤਾਂ ਇਸ ਵੇਲੇ ਮੁੱਕ ਗਈ। ਉਸ ਦੀਆਂ ਘੁੱਗਾਂ ਮਿਲ ਗਈਆਂ। ਉਹ ਅਰਥੀ ਵੱਲ ਉੱਠ ਕੇ ਦੌੜੀ, ਪਰ ਉਸਨੂੰ ਰੋਕ ਲਿਆ ਗਿਆ। ਪਤੀ ਦਾ ਅੰਤਮ ਦਰਸ਼ਨ ਕਰਨੋਂ ਵੀ ਆਵਾਜ਼ ਦਿੱਤੀ ਗਈ।
ਕਿਉਂਕਿ ਹਸਪਤਾਲ ਵਾਲਿਆਂ ਨੇ ਲਾਸ਼ ਨੂੰ ਵੇਖਣ ਯੋਗ ਨਹੀਂ ਸੀ ਰਹਿਣ ਦਿੱਤਾ। ਮਨੋਰਮਾ ਹੁਣ ਖਾਮੋਸ਼ ਸੀ, ਨਾ ਉਸਦੀਆਂ ਅੱਖਾਂ ਵਿੱਚ ਅਥਰੂ ਸਨ, ਨਾ ਗਲੇ ਵਿੱਚ ਚੀਕਾਂ। ਸ਼ਾਇਦ ਇਹ ਵੇਲਾ ਸੀ ਜਦੋਂ ਕੁਦਰਤ ਦਾ ਦਿੱਤਾ ਹੋਇਆ ਦੁੱਖ ਸਹਾਰਨ ਦਾ ਬਲ ਆਦਮੀ ਦੇ ਅੰਦਰ ਪ੍ਰਵੇਸ਼ ਕਰਦਾ ਹੈ। ਧੰਨਵਾਦ।